ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਚਰਚਾਵਾਂ ਜਿਹੜੀਆਂ ਕਿ ਰਾਜੇਵਾਲ ਸਾਹਿਬ ਤੇ ਕੇਜਰੀਵਾਲ ਸਾਹਿਬ ਨੂੰ ਕੋਈ ਕਹਿੰਦਾ ਕਿ ਇਕੱਠੇ ਹੋਣਾ ਚਾਹੀਦਾ, ਕੋਈ ਕਹਿੰਦਾ ਨਹੀਂ ਹੋਣਾ ਚਾਹੀਦਾ। ਕਈ ਲੋਕਾਂ ਦੀ ਇਹ ਰਾਏ ਆ ਕਿ ਇੱਕ ਮੌਕਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਦੇ ਦੇਣਾ ਚਾਹੀਦਾ ਹੈ ਪੰਜਾਬ ਦੇ ਲਈ। ਉਹਦੇ ਕਾਰਨ ਕਈ ਦੱਸਦੇ ਨੇ ਕਿ ਬਾਦਲਾਂ ਨੇ ਕਿੰਨੀਆਂ ਆਪਣੀਆਂ ਜਾਇਦਾਦਾਂ ਬਣਾਈਆਂ, ਕਿੱਥੋਂ ਕਿੱਥੇ ਤੱਕ ਪਹੁੰਚੇ, ਜਿੰਨੇ ਰਵਾਇਤੀ ਸਿਆਸੀ ਪਾਰਟੀਆਂ ਵਾਲੇ ਨੇ। ਅਕਾਲੀ ਦਲ ਕਿੱਥੋਂ ਕਿੱਥੇ ਪਹੁੰਚਿਆ, ਕਾਂਗਰਸ ਨੇ ਪੰਜਾਬ ਦੇ 4.5 ਸਾਲ 5 ਸਾਲ ਜਿਹੜੇ ਆ ਖਰਾਬ ਕੀਤੇ। ਹੁਣ ਦੇ ਕਹਿ ਸਕਦੇ ਆ ਖਰਾਬ ਹੀ ਕੀਤੇ। ਜਿਹੜਾ ਕਹਿੰਦੇ ਨੇ ਕਿ ਚੰਗੀ ਕਾਰਗੁਜ਼ਾਰੀ ਨਹੀਂ ਸੀ, ਇਸੇ ਕਰਕੇ ਕੈਪਟਨ ਸਾਹਿਬ ਨੂੰ ਲਾਂਭੇ ਕੀਤਾ, ਤਾਂ ਉਹਦੇ ਨਾਲ ਪੰਜਾਬ ਕਿੰਨਾ ਪਿੱਛੇ ਧੱਕਿਆ ਗਿਆ। ਅੱਜ ਜਦੋਂ ਇਹਨਾਂ ਦੇ ਸਰਮਾਏ ਦੀ ਗੱਲ ਕਰਦੇ ਹਾਂ, ਉਹ ਤੁਹਾਡੇ ਸਾਡੇ ਤੋਂ ਛੁਪਿਆ ਨਹੀਂ ਹੈਗਾ ਕਿ ਇਹਨਾਂ ਦੇ ਕੋਲ ਕਰੋੜਾਂ ਅਰਬਾਂ ਰੁਪਈਆਂ ਦੀਆਂ ਪ੍ਰਾਪਰਟੀਆਂ, ਕੋਈ ਵੀ ਇਹਨਾਂ ਵਿੱਚ ਆਮ ਜਿਹੜਾ ਨਜ਼ਰ ਨਹੀਂ ਆਉਂਦਾ। ਭਾਵੇਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤੇ ਚਿਹਰੇ ਉਹ ਖਾਸ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਜਾਂ ਦਿੱਤੀਆਂ ਗਈਆਂ ਨੇ। ਪਰ ਸਵਾਲ ਇੱਥੇ ਇਹ ਆ ਕਿ ਮਾਡਲ ਦੋ ਨੇ। ਇੱਕ ਤਾਂ ਦਿੱਲੀ ਵਾਲੇ ਅਰਵਿੰਦ ਕੇਜਰੀਵਾਲ ਹੁਣੇ ਲੈ ਕੇ ਆਏ ਨੇ ਕਿ ਇਹ ਮਾਡਲ ਅਸੀਂ ਦਿੱਲੀ 'ਚ ਲਾਗੂ ਕੀਤਾ ਸੀ, ਪੰਜਾਬ ਦਾ ਆਪਣਾ ਮਾਡਲ ਬਣਾ ਕੇ ਪੰਜਾਬ 'ਚ ਵੀ ਲਾਗੂ ਕਰ ਦਿਆਂਗੇ ਜਿਹੋ ਜਿਹੇ ਹਾਲਾਤ ਨੇ। ਨਵਜੋਤ ਸਿੱਧੂ ਕਹਿੰਦੇ ਕਿ ਇੱਕ ਮਾਡਲ ਮੇਰੇ ਕੋਲ ਆ, ਪਰ ਉਹ ਮਾਡਲ ਪੰਜਾਬ ਪੱਖੀ ਹੈ। ਕੇਜਰੀਵਾਲ ਸਾਹਿਬ ਦਾ ਕੋਈ ਵੀ ਪੰਜਾਬ ਲਈ ਮਾਡਲ ਨਹੀਂ ਹੈਗਾ। ਉਹ ਸਿਰਫ ਤੇ ਸਿਰਫ ਪੰਜਾਬ ਨੂੰ ਆਪਣੇ ਥੱਲੇ ਰੱਖਣਾ, ਭਾਵ ਕਿ ਇੱਥੇ ਰਾਜ ਕਰਨਾ ਚਾਹੁੰਦੇ ਨੇ। ਇਹੋ ਜਿਹੀਆਂ ਗੱਲਾਂ, ਵਿਰੋਧਤਾ ਸੁਰਾ ਇੱਕ ਨੇ, ਮਸਲਾ ਇੱਕ ਆ, ਚਾਹੁੰਦੇ ਮੁੱਦਾ ਜਿਹੜਾ ਉਹ ਇੱਕੋ ਹੀ ਆ ਕਿ ਪੰਜਾਬ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ। ਸਾਰੇ ਆਪੋ ਆਪਣੀ ਤਰੀਕੇ ਦੇ ਨਾਲ ਸਿਆਸੀ ਦੁਕਾਨਦਾਰੀ ਕਰ ਰਹੇ ਨੇ। ਕਿਸਾਨਾਂ ਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ, ਇਹ ਵੀ ਵੱਡਾ ਸਵਾਲ ਹੈ। ਤੇ ਕਿਉਂ ਜਾਣਾ ਚਾਹੀਦਾ ਹੈ, ਆਮ ਆਦਮੀ ਪਾਰਟੀ ਹੀ ਕਿਉਂ, ਇਹ ਵੀ ਇੱਕ ਵੱਡਾ ਸਵਾਲ ਹੈ। ਸਵਾਗਤ ਹੈ ਤੁਹਾਡਾ ਡਾਕਟਰ ਭੀਮਿੰਦਰ ਸਿੰਘ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਜੀ ਧੰਨਵਾਦ। ਡਾਕਟਰ ਸਾਹਿਬ, ਤੁਸੀਂ ਕਿਵੇਂ ਮੰਨਦੇ ਹੋ ਇਸ ਚੀਜ਼ ਨੂੰ ਕਿ ਕਿਉਂ ਆਮ ਆਦਮੀ ਪਾਰਟੀ ਤੇ ਕਿਸਾਨਾਂ ਨੂੰ, ਰਾਜੇਵਾਲ ਸਾਹਿਬ ਨੂੰ, ਇਹਨਾਂ ਨੂੰ ਗੱਠਜੋੜ ਕਰ ਲੈਣਾ ਚਾਹੀਦਾ? ਜੀ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਕਿ ਬਹੁਤ ਹੀ ਅੱਜ ਦੇ ਮੌਕੇ ਦਾ ਇਹ ਮਹੱਤਵਪੂਰਨ ਸਵਾਲ ਹੈ। ਔਰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਆਵਾਜ਼ ਉੱਠਦੀ ਆ ਰਹੀ ਹੈ ਕਿ ਕਿਸਾਨਾਂ ਨੂੰ ਜਾਂ ਖਾਸ ਤੌਰ ਤੇ ਰਾਜੇਵਾਲ ਜੀ ਨੂੰ ਆਮ ਆਦਮੀ ਪਾਰਟੀ ਦੇ ਨਾਲ ਜਾਂ ਕੇਜਰੀਵਾਲ ਸਾਹਿਬ ਦੇ ਨਾਲ ਜਾਣਾ ਚਾਹੀਦਾ ਹੈ। ਔਰ ਇਹਦੇ ਬਾਰੇ ਲਗਾਤਾਰ ਚਰਚਾਵਾਂ ਕੱਲੀਆਂ ਅੱਜ ਨਹੀਂ ਹੋ ਰਹੀਆਂ, ਔਰ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਇਦਾਂ ਦੀਆਂ ਚਰਚਾਵਾਂ ਲਗਾਤਾਰ ਹੁੰਦੀਆਂ ਰਹੀਆਂ ਨੇ। ਸੋ ਹੁਣ ਸਵਾਲ ਪੈਦਾ ਹੁੰਦਾ ਕਿ ਰਾਜੇਵਾਲ ਜੀ ਨੂੰ ਜਾਂ ਕਿਸਾਨ ਸਮਾਜ ਸੰਘਰਸ਼ ਨੂੰ ਕਿਉਂ ਆਮ ਆਦਮੀ ਪਾਰਟੀ ਵੱਲ ਜਾਣਾ ਚਾਹੀਦਾ। ਇਸ ਵੇਲੇ ਜਿਹੜੀ ਪੰਜਾਬ ਦੀ ਸਿਆਸਤ ਹੈ ਔਰ ਉਸ ਸਿਆਸਤ ਦੇ ਵਿੱਚ ਕਿਸਾਨ ਚੁਰਾਹੇ ਤੇ ਖੜਾ ਹੈ। ਹੁਣ ਚੁਰਾਹੇ ਦਾ ਮਤਲਬ ਹੈ ਕਿ ਉਹਦੇ ਕੋਲੇ ਚਾਰ ਰਸਤੇ ਨੇ। ਪਹਿਲਾ ਰਸਤਾ ਹੈ ਕਿ ਉਹ ਅਕਾਲੀ ਦਲ ਵੱਲ ਜਾਵੇ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲੀ ਦਲ ਦਾ ਜੋ ਪਿਛਲੇ ਚਾਹੇ ਉਹ 10 ਸਾਲ ਹੋਣ, ਚਾਹੇ ਉਸ ਤੋਂ ਵੀ ਪਹਿਲਾਂ ਦਾ ਜਿਹੜਾ ਰਵੱਈਆ ਰਿਹਾ ਹੋਵੇ ਕਿਸਾਨਾਂ ਦੇ ਪ੍ਰਤੀ, ਬੇਸ਼ੱਕ ਕਹਿੰਦੇ ਜ਼ਰੂਰ ਨੇ ਕਿ ਅਸੀਂ ਕਿਸਾਨਾਂ ਪੱਖੀ ਹਾਂ। ਔਰ ਵੱਡੇ ਬਾਦਲ ਸਾਹਿਬ ਨੇ ਇਹ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕਿ ਚਾਹੇ ਉਹ ਬਿਜਲੀ ਨੂੰ ਲੈ ਕੇ, ਬਿਜਲੀ ਫਰੀ ਨੂੰ ਲੈ ਕੇ, ਜਾਂ ਹੋਰ ਜਿਹੜੇ ਕਿਸਾਨਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਉਹਨਾਂ ਨੇ ਉਠਾਏ ਨੇ ਜਾਂ ਹੱਲ ਕੀਤੇ ਨੇ, ਉਹ ਅਸੀਂ ਕੀਤੇ ਨੇ। ਸੋ ਇਸ ਕਰਕੇ ਲਗਾਤਾਰ ਜਿਹੜੀ ਹੈਗੀ ਆ ਅਕਾਲੀ ਦਲ ਇਹ ਗੱਲ ਕਹਿੰਦਾ ਰਿਹਾ ਕਿ ਅਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਪਾਰਟੀ ਆ। ਪਰ ਦਿੱਕਤ ਕਿੱਥੇ ਆਉਂਦੀ ਹੈ? ਦਿੱਕਤ ਉਦੋਂ ਆਈ ਜਦੋਂ 3 ਕਾਲੇ ਕਾਨੂੰਨ ਬਣਨ ਲੱਗੇ। ਔਰ 3 ਕਾਲੇ ਕਾਨੂੰਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਵਿੱਚ ਅਕਾਲੀ ਦਲ ਦਾ ਜੋ ਵੱਡੀ ਭੂਮਿਕਾ ਸੀਗੀ, ਉਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ, ਸਾਰੇ ਪੰਜਾਬੀ ਜਾਣਦੇ ਨੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਜਿਹੜੀ ਅਕਾਲੀ ਦਲ ਹੈ, ਖਾਸ ਤੌਰ ਤੇ ਸੁਖਬੀਰ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਦੌਰਾਨ ਜੋ ਚੱਲ ਰਹੀ ਆ ਅਕਾਲੀ ਦਲ ਹੈ, ਇਹਨੂੰ ਅਸੀਂ ਪੁਰਾਣੇ ਅਕਾਲੀ ਦਲ ਦੇ ਨਾਲ ਜਾਂ ਜਿਹੜਾ ਉਹ ਕਿਸਾਨ ਪੱਖੀ ਇੱਕ ਚਿਹਰਾ ਸੀਗਾ ਅਕਾਲੀ ਦਲ ਦਾ, ਉਹਦੇ ਨਾਲ ਅਸੀਂ ਨਹੀਂ ਮੇਲ ਸਕਦੇ ਅੱਜ। ਸੋ ਦੂਜੀ ਪਾਰਟੀ ਆਉਂਦੀ ਹੈ ਕਿ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਦੇ ਜਿਵੇਂ ਹੁਣ ਤੁਸੀਂ ਆਪ ਹੀ ਕਿਹਾ ਕਿ ਲਗਭਗ ਪੌਣੇ 5 ਸਾਲ ਹੋ ਗਏ ਉਹਨਾਂ ਨੇ ਵੇਸਟ ਕੀਤੇ ਨੇ। ਸੋ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਵੱਡੇ ਲਾਰੇ ਲਾ ਕੇ, ਔਰ ਖਾਸ ਤੌਰ ਤੇ ਕਿਸਾਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹਰ ਤਰ੍ਹਾਂ ਦਾ ਕਰਜ਼ਾ, ਚਾਹੇ ਉਹ ਆੜ੍ਹਤੀਆਂ ਦਾ ਕਰਜ਼ਾ ਹੈ, ਚਾਹੇ ਉਹ ਬੈਂਕਾਂ ਦਾ ਕਰਜ਼ਾ ਹੈ, ਚਾਹੇ ਉਹ ਸਰਕਾਰੀ ਬੈਂਕਾਂ ਦਾ ਹੈ, ਸਹਿਕਾਰੀ ਬੈਂਕਾਂ ਦਾ ਹੈ, ਹਰ ਤਰ੍ਹਾਂ ਦਾ ਕਰਜ਼ਾ, ਲਗਭਗ 1 ਲੱਖ ਕਰੋੜ ਰੁਪਏ ਦਾ ਜੋ ਕਰਜ਼ਾ ਸੀਗਾ ਉਹ ਮੈਂ ਮਾਫ ਕਰਾਂਗਾ। ਇਹ ਸਾਰੇ ਲੋਕਾਂ ਨੂੰ ਪਤਾ ਹੈ। ਪਰ ਹੋਇਆ ਕੀ, ਆਪਾਂ ਸਾਰੇ ਜਾਣਦੇ ਆ ਕਿ ਉਹ ਬਿਲਕੁਲ ਆਟੇ ਚੋਂ ਮਤਲਬ ਜਿਹੜਾ ਹੈਗਾ ਕੁਝ ਵੀ ਜਿਹੜਾ ਹੈਗਾ
ਨਹੀਂ ਕੀਤਾ ਗਿਆ ਕੁਝ ਵੀ। ਸੋ ਦੂਜੇ ਪਾਸੇ ਆਉਂਦੀ ਹੈ ਬੀਜੇਪੀ। ਬੀਜੇਪੀ ਜੀ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੀ ਹੈ ਸਟੈਂਡ ਕਰਨ ਦੀ। ਲਗਾਤਾਰ ਬੀਜੇਪੀ ਨੇ ਜੋ 3 ਕਾਲੇ ਕਾਨੂੰਨ ਲਿਆਂਦੇ ਸੀਗੇ ਔਰ ਉਸ ਨੂੰ ਲੈ ਕੇ ਲਗਭਗ 1 ਸਾਲ ਤੋਂ ਉੱਪਰ ਕਿਸਾਨਾਂ ਨੇ ਮੋਰਚਾ ਖੋਲਿਆ ਔਰ ਲਗਾਤਾਰ ਉਹਦੇ ਵਿਰੁੱਧ ਆਵਾਜ਼ ਉਠਾਈ ਔਰ 750 ਕਿਸਾਨਾਂ ਨੂੰ ਆਹੂਤੀ ਦੇਣੀ ਪਈ। ਔਰ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਨੁਕਸਾਨ ਹੋਇਆ, ਕੱਲੀਆਂ ਜਾਨਾਂ ਦਾ ਨਹੀਂ, ਚਾਹੇ ਉਹ ਫਸਲਾਂ ਨੂੰ ਲੈ ਕੇ, ਚਾਹੇ ਆਪਾਂ ਕਹਿ ਸਕਦੇ ਕਿ ਜਾਨ ਮਾਲ ਦਾ ਜਾਂ ਖਾਸ ਤੌਰ ਤੇ ਜਿਹੜਾ ਪੈਸੇ ਦਾ ਨੁਕਸਾਨ ਹੋਇਆ ਕਿਸਾਨੀ ਦਾ, ਅਰਬਾਂ ਖਰਬਾਂ ਰੁਪਏ ਦਾ, ਉਹ ਵੱਖਰਾ ਸੀਗਾ। ਸੋ ਅਸੀਂ ਬੀਜੇਪੀ ਤੋਂ ਕਦੇ ਵੀ ਪੰਜਾਬ ਉਮੀਦ ਨਹੀਂ ਕਰ ਸਕਦਾ, ਖਾਸ ਤੌਰ ਤੇ ਕਿਸਾਨੀ ਉਮੀਦ ਨਹੀਂ ਕਰ ਸਕਦੀ ਕਿ ਇਹ ਕਦੇ ਵੀ ਕਿਸਾਨ ਪੱਖੀ ਪਾਰਟੀ ਬਣ ਜਾਏਗੀ। ਬੇਸ਼ੱਕ ਜ਼ਰੂਰ ਉਹ ਕੋਸ਼ਿਸ਼ ਕਰਦੇ ਆ ਕਿ ਹੁਣ ਅਸੀਂ ਕਿਸਾਨ ਪੱਖੀ ਆ ਔਰ ਮੋਦੀ ਸਾਹਿਬ ਨੇ ਮਾਫੀ ਵੀ ਮੰਗੀ ਹੈ, ਪਰ ਇਸ ਬਿਨਾਂ ਦੇ ਉੱਤੇ ਆਪਾਂ ਉਹਨਾਂ ਨੂੰ ਨਹੀਂ ਕਹਿ ਸਕਦੇ ਕਿ ਜਿਹੜੀ ਬੀਜੇਪੀ ਹੈ ਉਹ ਕਿਸਾਨਾਂ ਦੇ ਪੱਖ 'ਚ ਭੁਗਤ ਜੇਗੀ ਕਿਸੇ ਵੇਲੇ ਫਿਊਚਰ ਦੇ ਵਿੱਚ। ਸੋ ਹੁਣ ਆਉਂਦੀ ਹੈ ਚੌਥੀ ਜਿਹੜੀ ਪਾਰਟੀ ਹੈ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਨਾਲ ਕਿਸਾਨਾਂ ਨੂੰ ਕਿਉਂ ਜਾਣਾ ਚਾਹੀਦਾ ਹੈ, ਇਹ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਹੈ। ਹੁਣ ਜਦੋਂ ਅਸੀਂ ਪਿਛਲੇ ਲਗਭਗ 7 ਸਾਲ ਤੋਂ ਕੇਜਰੀਵਾਲ ਦਾ ਮਾਡਲ ਦੇਖ ਰਹੇ ਹਾਂ, 7-8 ਸਾਲ ਹੋ ਗਏ, ਇਹ ਤਾਂ ਹੈ ਨਹੀਂ ਕਿ ਹੁਣ ਪਹਿਲੀ ਵਾਰੀ ਉਹ ਕੋਈ ਮਾਡਲ ਦੇ ਰਹੇ ਨੇ। ਜਿਸ ਕਿਸਮ ਦੀ ਗਵਰਨੈਂਸ ਉਹਨਾਂ ਨੇ ਦਿੱਲੀ ਦੇ ਵਿੱਚ ਦਿੱਤੀ ਹੈ ਔਰ ਜਿਸ ਕਿਸਮ ਦੇ ਨਾਲ ਉਹਨਾਂ ਨੇ ਕਿਸਾਨਾਂ ਨੂੰ, ਆਪਾਂ ਨੂੰ ਵੀ ਪਤਾ ਹੈ ਕਿ ਜਦੋਂ ਕਿਸਾਨ ਦਿੱਲੀ ਵੱਲ ਜਾ ਰਹੇ ਸੀਗੇ ਉਹਨਾਂ ਨੂੰ ਫੈਸਿਲਿਟੀਜ਼ ਦਿੱਤੀਆਂ ਨੇ ਔਰ ਉਸ ਤੋਂ ਬਿਨਾ ਹੋਰ ਵੀ ਜਿਹੜਾ ਮਾਡਲ ਹੈ, ਚਾਹੇ ਉਹ ਐਜੂਕੇਸ਼ਨ ਦਾ ਮਾਡਲ ਹੈ, ਚਾਹੇ ਉਹ ਹੈਲਥ ਦਾ ਮਾਡਲ ਹੈ, ਚਾਹੇ ਗਵਰਨੈਂਸ ਦਾ ਮਾਡਲ ਹੈ, ਚਾਹੇ ਉਹ ਬਾਕੀ ਜਿਹੜੀਆਂ ਚੀਜ਼ਾਂ ਬਿਜਲੀ ਨੂੰ ਲੈ ਕੇ ਜਿਹੜਾ ਹੈਗਾ ਫ੍ਰੀ ਕਰਨ ਦਾ ਮਾਡਲ ਹੈ। ਯਾਨੀ ਕਿ ਇੱਕ ਮਾਡਲ ਉਹਨਾਂ ਨੇ ਪਿਛਲੇ 7 ਸਾਲਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜਾ ਚਰਚਿਤ ਹੋਇਆ, ਚਾਹੇ ਹੈਲਥ ਦਾ ਵੱਡਾ ਜਿਹੜਾ ਹੈਗਾ, ਆਪਾਂ ਸਾਰੇ ਜਾਣਦੇ ਹਾਂ ਕਿ ਹੈਲਥ ਨੂੰ ਲੈ ਕੇ ਵੱਡੀ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਉਸ ਬਜਟ ਦੇ ਵਿੱਚ ਜਿਹੜਾ ਡਬਲ ਕਰ ਦੇਣਾ ਹੈ, ਚਾਹੇ ਉਹ ਐਜੂਕੇਸ਼ਨ ਦਾ ਬਜਟ ਹੋਵੇ, ਚਾਹੇ ਹੈਲਥ ਦਾ ਬਜਟ ਹੋਵੇ, ਉਸ ਨੂੰ ਲੈ ਕੇ ਜਿਹੜੀਆਂ ਸਹੂਲਤਾਂ ਆਮ ਲੋਕਾਂ ਨੂੰ ਦਿੱਤੀਆਂ ਨੇ ਦਿੱਲੀ ਦੇ ਵਿੱਚ। ਜੇ ਇਹੀ ਗਵਰਨੈਂਸ ਦਾ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ, ਇਹੀ ਰਾਜੇਵਾਲ ਸਾਹਿਬ ਦੀਆਂ ਜਦੋਂ ਲਗਾਤਾਰ ਇੰਟਰਵਿਊਜ਼ ਅਸੀਂ ਸੁਣਦੇ ਹਾਂ ਤਾਂ ਉਹਦੇ ਵਿੱਚ ਇਹੀ ਵੱਡੀ ਗੱਲ ਉਹ ਕਹਿੰਦੇ ਆ ਰਹੇ ਨੇ ਕਿ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਤਾਂ ਹੀ ਬਚੇਗਾ ਜੇਕਰ ਕਿਸਾਨਾਂ ਦੀ ਜਾਂ ਆਮ ਲੋਕਾਂ ਦੀ ਆਮਦਨ ਵਧੇਗੀ। ਆਮਦਨ ਕਿਵੇਂ ਵਧੇਗੀ? ਆਮਦਨ ਤਾਂ ਹੀ ਵਧੇਗੀ ਜੇ ਉਹਨਾਂ ਦੇ ਖਰਚੇ ਘਟਣਗੇ। ਖਰਚੇ ਕਿਵੇਂ ਘਟਣਗੇ? ਜੇਕਰ ਉਹਨਾਂ ਦੀ ਬਿਜਲੀ ਸਸਤੀ ਹੋਵੇਗੀ, ਉਹਨਾਂ ਦੀ ਐਜੂਕੇਸ਼ਨ, ਹੈਲਥ ਜਾਂ ਜਿਹੜੀਆਂ ਬਾਕੀ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ, ਉਹ ਸਸਤੀਆਂ ਹੋਣਗੀਆਂ। ਸੋ ਇਹ ਸਾਰਾ ਮਾਡਲ ਜਿਹੜਾ ਹੈਗਾ, ਜੇਕਰ ਕੇਜਰੀਵਾਲ ਸਾਹਿਬ ਦਾ ਮਾਡਲ ਇਹਨਾਂ ਨੂੰ ਪਸੰਦ ਹੈ ਕਿਸਾਨਾਂ ਨੂੰ, ਤਾਂ ਲਾਜ਼ਮੀ ਤੌਰ ਤੇ ਰਾਜੇਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਦੇ ਨਾਲ ਜਾਣਾ ਚਾਹੀਦਾ ਹੈ ਔਰ ਉਹਨਾਂ ਨੂੰ ਜੇਕਰ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਇਆ ਜਾਂਦਾ ਹੈ ਤਾਂ ਬਣਨ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਕਰਨੀ ਚਾਹੀਦੀ। ਸੋ ਇਸ ਵੇਲੇ ਮੌਕਾ ਹੈ, ਪੰਜਾਬ ਦੇ ਲੋਕ ਤਿਆਰ ਬੈਠੇ ਨੇ, ਕੇਜਰੀਵਾਲ ਦਾ ਮਾਡਲ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਸੋ ਇਸ ਕਰਕੇ ਬਹੁਤੀ ਮਿਹਨਤ ਉਹਨਾਂ ਨੂੰ, ਕਿਸਾਨਾਂ ਨੂੰ ਨਹੀਂ ਕਰਨੀ ਪਏਗੀ। ਇੱਕ ਬਣਿਆ ਬਣਾਇਆ ਸਟਰਕਚਰ, ਇੱਕ ਬਣਿਆ ਬਣਾਇਆ ਢਾਂਚਾ ਉਹਨਾਂ ਨੂੰ ਮਿਲੇਗਾ। ਸੋ ਉਹਦੇ ਵਿੱਚ ਤੁਸੀਂ ਇੰਟਰਵੀਨ ਕਰਨਾ ਹੈ, ਇੱਕ ਪ੍ਰੈਸ਼ਰ ਦੇ ਤੌਰ ਤੇ ਤੁਸੀਂ ਬਿਲਡ ਕਰਨਾ ਹੈ, ਆਪਣੀ ਪਾਵਰ ਦਿਖਾਉਣੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਤੁਸੀਂ ਰਾਹਤ ਦੇ ਸਕਦੇ ਹੋ, ਪੰਜਾਬ ਦੀ ਕਿਸਾਨੀ ਨੂੰ ਰਾਹਤ ਦੇ ਸਕਦੇ ਹੋ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਥੇ ਸਵਾਲ ਜਿਹੜੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਹੁਣਾਂ ਤੇ ਉੱਠਦੇ ਨੇ, ਮੈਂ ਉਹ ਵੀ ਕਰਾਂਗਾ। ਜੀ ਸਵਾਲ ਧਾਰਾ 370 ਨੂੰ ਲੈ ਕੇ ਕਿ ਉੱਥੇ ਕਿਉਂ ਨਹੀਂ ਬੋਲਿਆ ਗਿਆ। ਸਵਾਲ ਇਹ ਕਿ ਦਿੱਲੀ ਦੇ ਵਿੱਚ ਕਿਸਾਨੀ ਕਾਨੂੰਨਾਂ ਦੇ ਵਿੱਚ ਕਾਨੂੰਨ ਨੂੰ ਨੋਟੀਫਾਈ ਕਿਉਂ ਕੀਤਾ ਗਿਆ। ਸਵਾਲ ਇਹ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਪੰਜਾਬ ਦੇ ਪ੍ਰਦੂਸ਼ਣ ਨੂੰ ਲੈ ਕੇ ਜਿਸ ਤਰ੍ਹਾਂ ਦਾ ਸਟੈਂਡ ਉਹਨਾਂ ਦਾ ਰਿਹਾ, ਉਹ ਸਾਰਿਆਂ ਦੇ ਸਾਹਮਣੇ ਆ। ਇਹ ਕਿਉਂ ਪੰਜਾਬ ਪੱਖੀ, ਜਦੋਂ 4-4.5 ਸਾਲ ਨਵਜੋਤ ਸਿੱਧੂ ਕਹਿੰਦੇ ਕਿ ਪੰਜਾਬ ਬਲਦੀ ਦੇ ਮੂੰਹ ਵਿੱਚ ਸੀਗਾ, ਤਾਂ ਇਹਨਾਂ ਨੇ ਕੀ ਕੀਤਾ ਪੰਜਾਬ 'ਚ ਆ ਕੇ? ਉਹ ਕਹਿੰਦੇ ਕਿ ਅਸੀਂ ਤਾਂ ਇੱਥੇ ਆਵਾਜ਼ ਚੁੱਕਦੇ ਰਹੇ, ਤਾਂ ਹੀ ਕੈਪਟਨ ਸਾਹਿਬ ਨੂੰ ਗੱਦੀਓਂ ਲਾਹ ਦਿੱਤਾ ਗਿਆ। ਇੱਕ ਨਾਲੋਂ ਨਾਲ ਇਹ ਵੀ ਗੱਲ ਆ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਸਾਨਾਂ ਦੇ ਵਿੱਚ, ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਆ, ਇੱਥੋਂ ਜਿਹੜੇ ਪੰਜਾਬ ਤੋਂ ਉਧਰ ਗਏ ਨੇ, ਪਰ ਉਹ ਕਹਿੰਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ। ਕਿੰਨੀ ਕੁ ਕਿਤੇ ਦਿੱਲੀ ਦੀ ਉੱਥੇ ਸਰਕਾਰ ਨੇ ਮਦਦ ਪਹੁੰਚਾਈ ਹੈ? ਸ਼ੁਰੂ ਦੇ ਵਿੱਚ ਆਉਂਦੇ ਰਹੇ, 1-2 ਵਾਰ ਉੱਥੇ ਹਾਜ਼ਰੀਆਂ ਲਗਵਾਉਂਦੇ ਰਹੇ, ਪਰ ਉਸ ਪੱਧਰ ਤੇ ਨਹੀਂ ਕਿ ਜਿਵੇਂ ਜੀਣ ਮਰਨ ਦਾ ਸਵਾਲ ਹੋਵੇ ਕਿ ਜੇ ਕਿਸਾਨਾਂ ਦੇ ਲਈ ਨਹੀਂ ਤਾਂ ਫਿਰ ਅਸੀਂ ਵੀ ਨਹੀਂ, ਇੱਕ ਸਰਕਾਰ ਦੇ ਨੱਕ 'ਚ ਦਮ ਕਰਨਾ। ਉਹ ਤਾਂ ਆਪਣੇ ਬਲਬੂਤੇ ਤੇ ਕਹਿੰਦੇ ਜਿੱਤ ਕੇ ਆ ਗਏ। ਇਹ ਸਾਰਾ ਕੁਝ ਹੈ ਕਿ ਪੰਜਾਬ ਜੇ ਕਹਿੰਦੇ ਸਮਝੌਤਾ ਕਰ ਵੀ ਲੈਣਗੇ ਰਾਜੇਵਾਲ ਸਾਹਿਬ, ਚਲੋ ਜੀ ਕਰਨ ਨਾ ਕਰਨ ਉਹਨਾਂ ਦਾ ਆਪਣਾ ਫੈਸਲਾ, ਪਰ ਕੀ ਫੇਰ ਜਾ ਕੇ ਦਿੱਲੀ ਦੇ ਪੈਰਾਂ ਵਿੱਚ ਜਾਣਾ ਪਿਆ ਕਰੇਗਾ? ਹਾਈ ਕਮਾਂਡ ਦਿੱਲੀ ਬਣ ਜਾਣੀ ਹੈ, ਫਿਰ ਜਾ ਕੇ ਉੱਥੇ ਗੇੜੇ, ਜਾਂ ਫਿਰ ਕੇਜਰੀਵਾਲ ਸਾਹਿਬ ਉੱਥੋਂ ਆ ਕੇ ਇੱਥੇ ਪੰਜਾਬ ਨੂੰ ਚਲਾਉਣਗੇ? ਇਹ ਬੜੇ ਸਵਾਲ ਨੇ, 605 ਵਿੱਚ ਨੇ ਲੋਕ।
ਜੀ, ਬਿਲਕੁਲ ਬਹੁਤ ਇੰਪੋਰਟੈਂਟ ਤੁਹਾਡੇ ਸਵਾਲ ਨੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਪੁਆਇੰਟਾਂ ਬਾਰੇ, ਇਹਨਾਂ ਸਵਾਲਾਂ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਆ ਔਰ ਇਸ ਸੰਘਰਸ਼ ਦੀ ਆਪਾਂ ਗੱਲ ਕਰਦੇ ਆ, ਲਗਾਤਾਰ ਆਪਾਂ ਨੂੰ ਵੀ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਰਹੀਆਂ ਨੇ ਕਿ ਅਸੀਂ ਸਿੱਧੇ ਤੌਰ ਤੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਅਸੀਂ ਇੰਟਰਵੀਨ ਨਹੀਂ ਕਰਨ ਦੇਵਾਂਗੇ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਨਾ ਤਾਂ ਸਾਡੇ ਨਾਲ ਕੋਈ ਤੁਸੀਂ ਝੰਡਾ ਸਾਂਝਾ ਕਰ ਸਕਦੇ ਹੋ, ਨਾ ਤੁਸੀਂ ਸਾਡਾ ਸਟੇਜ ਸਾਂਝਾ ਕਰ ਸਕਦੇ ਹੋ। ਇਸ ਲਈ ਕੀ ਕੀਤਾ ਗਿਆ? ਇਸ ਲਈ ਇਹੀ ਕੀਤਾ ਗਿਆ ਕਿ ਕੇਜਰੀਵਾਲ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਨਾ ਤਾਂ ਅਸੀਂ ਆਪਣਾ ਝੰਡਾ ਉੱਥੇ ਲੈ ਕੇ ਜਾਵਾਂਗੇ, ਨਾ ਹੀ ਸਾਡੇ ਕੋਈ ਵੱਡੇ ਲੀਡਰ ਜਾਣਗੇ, ਅਸੀਂ ਪਿੱਛੇ ਰਹਿ ਕੇ ਕੰਮ ਕਰਾਂਗੇ। ਸੋ ਉਹੀ ਕੰਮ ਕੀਤਾ ਗਿਆ ਔਰ ਇਹ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੱਛੋਂ, ਕਿਉਂਕਿ ਦਿੱਲੀ ਦੇ ਬਾਰਡਰਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਬੀਜੇਪੀ ਨੇ ਕਹਿ ਦਿੱਤਾ ਸੀਗਾ ਕਿ ਤੁਸੀਂ ਆਪਣੇ ਜਿਹੜੇ 9 ਉਹਨਾਂ ਦੇ ਗਰਾਊਂਡਸ ਨੇ ਉਹਨਾਂ ਨੂੰ ਤੁਸੀਂ ਜੇਲ੍ਹਾਂ 'ਚ ਤਬਦੀਲ ਕਰ ਦਿਓ। ਤੁਹਾਨੂੰ ਯਾਦ ਹੋਏਗਾ ਇਹ ਬਕਾਇਦਾ ਤੌਰ ਤੇ ਇਹ ਉਹਨਾਂ ਨੇ ਪਟੀਸ਼ਨ ਪਾ ਕੇ ਜਿਹੜੀ ਹੈਗੀ ਹੈ ਗੱਲ ਕੀਤੀ ਸੀਗੀ। ਪਰ ਇਸ ਨੂੰ ਕੇਜਰੀਵਾਲ ਸਰਕਾਰ ਨੇ ਰੱਦ ਕੀਤਾ ਔਰ ਉਹਨਾਂ ਨੂੰ ਕਿਹਾ ਗਿਆ ਕਿ ਸਾਡੀਆਂ ਰੂਹਾਂ ਨੇ, ਸਾਡੀਆਂ ਹੱਦਾਂ ਨੇ, ਅਸੀਂ ਜਿਵੇਂ ਮਰਜ਼ੀ ਇਹਨਾਂ ਨੂੰ ਬਿਠਾਈਏ, ਸੋ ਜਿੱਥੇ ਬੈਠਦੇ ਆ ਬੈਠਣਗੇ। ਸੋ ਇਸੇ ਤਰ੍ਹਾਂ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਰਾਕੇਸ਼ ਟਕੈਤ ਹੋਰਾਂ ਨੇ ਜਦੋਂ ਹੰਝੂ ਵਹਾਏ ਸੀਗੇ, ਉਸ ਵੇਲੇ ਵੀ ਬੀਜੇਪੀ ਸਰਕਾਰ ਨੇ ਸਾਰਾ ਕੁਝ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਉਸ ਵੇਲੇ ਵੀ ਚਾਹੇ ਉਹ ਕੇਜਰੀਵਾਲ ਜੀ ਹੋਣ, ਚਾਹੇ ਸਿਸੋਦੀਆ ਜੀ ਹੋਣ, ਚਾਹੇ ਹੋਰ ਵੱਡੇ ਲੀਡਰ ਬਕਾਇਦਾ ਤੌਰ ਤੇ ਡਕੈਤ ਸਾਹਿਬ ਨੂੰ ਮਿਲ ਕੇ ਆਏ ਸੀਗੇ ਔਰ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਜਿਹੜਾ ਹੈਗਾ ਦਿੱਲੀ ਸਰਕਾਰ ਦੇਵੇਗੀ। ਸੋ ਕਹਿਣ ਦਾ ਮਤਲਬ ਮੈਂ ਇਹ ਇਸ ਲਈ ਐਗਜ਼ਾਮਪਲਾਂ ਦੇ ਰਿਹਾ ਕਿ ਉਸ ਵੇਲੇ ਲੋੜ ਸੀ ਕਿ ਪਿੱਛੇ ਰਹਿ ਕੇ ਕੰਮ ਕੀਤਾ ਜਾਏ। ਸੋ ਇਸ ਤੋਂ ਇਲਾਵਾ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਜਾਂ ਤੁਸੀਂ ਕਿਹਾ ਕਿ ਜਿਹੜੀ ਸੈਂਟਰਲ ਪਾਰਟੀ ਹੋਏਗੀ, ਕੋਈ ਵੀ ਪਾਰਟੀ ਆ ਦੁਨੀਆ ਦੀ, ਕੋਈ ਵੀ ਪਾਰਟੀ, ਜਦੋਂ ਸੈਂਟਰ ਲੈਵਲ ਦੇ ਫੈਸਲੇ ਹੋਣਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਲਈ ਨੈਸ਼ਨਲ ਜਿਹੜਾ ਹੈਗਾ ਇੰਪੋਰਟੈਂਟ ਹੋਏਗਾ। ਇਸ ਵੇਲੇ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਪੰਜਾਬ ਵੀ ਉਨਾ ਹੀ ਇੰਪੋਰਟੈਂਟ ਹੈ, ਹਰਿਆਣਾ ਵੀ ਉਨਾ ਹੀ ਇੰਪੋਰਟੈਂਟ ਹੈ, यूपी भी उन्ना ही इंपॉर्टेंट है, उत्तराखंड भी इंपॉर्टेंट है, गोवा भी इंपॉर्टेंट है, मणिपुर भी इंपॉर्टेंट। यानी कि जिथे आने वाले दिनों के इलैक्शनस होणगियां उत्थे उत्थे उन्हां दियां लोड़ां जिहड़ियां ने मुख रखते हुए वो सारे लोग इंपॉर्टेंट ने। पर ਇਹਦਾ ਮਤਲਬ ਨਹੀਂ ਕਿ ਤੁਸੀਂ ਇਹਦੇ ਲਈ ਪੰਜਾਬ ਵਿਰੋਧੀ ਹੋ ਕੇ ਤੁਸੀਂ ਕੰਮ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲੇ ਮਾਡਲ ਹੈ, ਜੇਕਰ ਤੁਹਾਡੇ ਕੋਲੇ ਇੱਕ ਗਵਰਨੈਂਸ ਦਾ ਮਾਡਲ ਹੈ, ਜੇਕਰ ਤੁਹਾਡੇ ਕੋਲੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਮਾਡਲ ਹੈ, ਜੇਕਰ ਤੁਹਾਡੇ ਕੋਲ ਇੱਕ ਵੈਲਫੇਅਰ ਸਟੇਟ ਦਾ ਮਾਡਲ ਹੈ, ਤਾਂ ਲਾਜ਼ਮੀ ਤੌਰ ਤੇ ਤੁਸੀਂ ਉਸ ਮਾਡਲ ਨੂੰ ਅਲੱਗ-ਅਲੱਗ ਥਾਵਾਂ ਦੇ ਉੱਤੇ ਲਾਗੂ ਕਰ ਸਕਦੇ ਹੋ। ਇਹ ਨਹੀਂ ਕਿ ਇਹਦਾ ਮਤਲਬ ਇੱਕੋ ਹੀ ਤਰ੍ਹਾਂ ਦਾ ਮਾਡਲ, ਮੰਨ ਲਓ ਅੱਜ ਆਪਾਂ ਕਈ ਲੋਕ ਇਹ ਵੀ ਕਹਿੰਦੇ ਹੁੰਦੇ ਨੇ ਕਿ ਪੰਜਾਬ ਤਾਂ ਖੇਤੀ ਪ੍ਰਧਾਨ ਸੂਬਾ ਹੈ, ਇਸ ਕਰਕੇ ਇੱਥੇ ਤਾਂ ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਨੇ, ਇੱਥੇ ਤਾਂ ਦਿੱਲੀ ਵਾਲੀਆਂ ਸਮੱਸਿਆ ਹੈ ਹੀ ਨਹੀਂ। ਇਹ ਗੱਲ ਠੀਕ ਹੈ ਉਹਨਾਂ ਦੀ, ਬਿਲਕੁਲ ਠੀਕ ਹੈ ਕਿ ਹਰ ਸਟੇਟ ਦੇ ਵਿੱਚ ਆਪਣੀਆਂ ਪ੍ਰੋਬਲਮਸ ਨੇ। ਪਰ ਜੇਕਰ ਤੁਹਾਡੀ ਨੀਤ ਔਰ ਨੀਤੀ ਸਾਫ਼ ਹੈ, ਜੇਕਰ ਤੁਹਾਡੇ ਕੋਲ ਇੱਕ ਗਵਰਨੈਂਸ ਦਾ ਮਾਡਲ ਹੈ, ਚੰਗੀ ਗਵਰਨੈਂਸ ਤੁਸੀਂ ਦੇ ਸਕਦੇ ਹੋ, ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚੋਂ ਬਹੁਤ ਕੁਝ ਜਿਹੜਾ ਹੈਗਾ ਕੀਤਾ ਜਾ ਸਕਦਾ ਹੈ। ਔਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਦੇਖੋ ਜੀ ਕੇਜਰੀਵਾਲ ਤਾਂ ਐਲਾਨ ਤੇ ਐਲਾਨ ਕਰੀ ਜਾਂਦੇ ਨੇ ਔਰ ਉਹਨਾਂ ਕੋਲੇ ਬਜਟ ਕਿੱਥੋਂ ਆਏਗਾ, ਪੈਸਾ ਕਿੱਥੋਂ ਆਏਗਾ, ਇਹ ਤਾਂ ਉਹਨਾਂ ਨੂੰ ਪਤਾ ਨਹੀਂ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਤੁਹਾਡੀ ਨੀਤ, ਜੇਕਰ ਤੁਸੀਂ ਮਾਫੀਆ ਨੂੰ ਕੰਟਰੋਲ ਕਰ ਲੋਗੇ, ਬਹੁਤ ਸਾਰਾ ਜਿਹੜਾ ਪੈਸਾ ਆ ਸਕਦਾ ਹੈ। ਜੇਕਰ ਤੁਸੀਂ ਰਿਸ਼ਵਤਖੋਰੀ ਨੂੰ, ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰ ਲੋਗੇ, ਤੁਹਾਡੇ ਕੋਲ ਪੈਸਾ ਆ ਸਕਦਾ ਹੈ। ਜੇਕਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਪਲੈਨਿੰਗ ਦੇ ਵਿੱਚ ਲੈ ਕੇ ਆਓਗੇ, ਚਾਹੇ ਐਜੂਕੇਸ਼ਨ ਹੈ, ਚਾਹੇ ਹੈਲਥ ਹੈ। ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਦੋਂ ਸੜਕਾਂ ਬਣਦੀਆਂ ਨੇ, ਪੁਲ ਬਣਦੇ ਨੇ, ਉਹ ਪੁਲਾਂ ਦੇ ਵਿੱਚੋਂ ਪੈਸਾ ਬਚਾ ਕੇ ਹੈਲਥ ਵਿੱਚ ਲਾਉਂਦੇ ਆ, ਐਜੂਕੇਸ਼ਨ ਚ ਲਾਉਂਦੇ ਆ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਉੱਪਰਲੇ ਲੈਵਲ ਦੀ, ਜੇਕਰ ਮਿਨਿਸਟਰੀ ਲੈਵਲ ਦੀ ਨੀਤ ਔਰ ਨੀਤੀ ਸਾਫ਼ ਹੈ, ਤਾਂ ਲਾਜ਼ਮੀ ਤੌਰ ਤੇ ਬਹੁਤ ਕੁਝ ਪੰਜਾਬ ਦੇ ਲਈ ਕੀਤਾ ਜਾ ਸਕਦਾ ਹੈ। ਸੋ ਇਸ ਕਰਕੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਜ਼ਰੂਰ ਰੌਲਾ ਪਾਉਂਦੀਆਂ ਨੇ ਕਿ ਇਹਨਾਂ ਕੋਲੇ ਕੋਈ ਮਾਡਲ ਨਹੀਂ ਹੈ, ਇਹਨਾਂ ਕੋਲੇ ਤਾਂ ਕੁਝ ਵੀ ਨਹੀਂ ਹੈ। ਸੋ ਇਹ ਵਿਰੋਧੀ ਧਿਰਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦੇ ਮਸਲੇ ਨੇ। ਪਰ ਕੇਜਰੀਵਾਲ ਦਾ ਜਿਹੜਾ ਮਾਡਲ ਹੈ ਉਹ ਇੱਕ ਚੰਗੀ ਗਵਰਨੈਂਸ ਦਾ ਮਾਡਲ ਹੈ। ਸੁਖਿੰਦਰ ਜੀ ਜੀ ਬਿਲਕੁਲ ਬਿਲकुल ਮਾਡਲ ਦੋਵਾਂ ਦੇ ਸੇਮ, ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਤੇ ਇਧਰੋਂ ਨਵਜੋਤ ਸਿੰਘ ਸਿੱਧੂ, ਉਹ ਕਹਿੰਦੇ ਕਿ ਮੈਂ ਵੀ ਪੰਜਾਬ ਦਾ ਭਲਾ ਕਰਨਾ ਹੈ, ਕਹਿੰਦੇ ਅਸੀਂ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ। ਦੋਨਾਂ ਦੀ ਸੋਚ ਜਿਹੜੀ ਹੈ ਇੱਕੋ ਤਰ੍ਹਾਂ ਦੀ ਲੱਗਦੀ ਹੈ। ਪਰ ਸਵਾਲ ਇਹਦੇ ਵਿੱਚ ਇਹ ਹੈ ਕਿ ਰਾਹ ਵੱਖੋ ਵੱਖਰੇ, ਉਹ ਆਪਣੀ ਪਾਰਟੀ 'ਚ, ਆਪਣੀ ਪਾਰਟੀ ਦੇ ਵਿੱਚ ਜੇ ਦੋਵੇਂ ਪੰਜਾਬ ਦਾ ਕੋਈ ਵੀ, ਜੇ ਪੰਜਾਬ ਪੱਖੀ ਹੋ ਕੇ, ਤਾਂ ਉਹ ਇੱਕ ਪਾਸੇ ਕਿਉਂ ਨਹੀਂ ਕਰ ਲੈਂਦੇ, ਕਿਉਂ ਇਕੱਠੇ ਨਹੀਂ ਹੋ ਸਕਦੇ,
ਮੈਂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਵੀ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਸੀ ਕਿ ਅਸੀਂ ਗਵਰਨੈਂਸ ਜਿਹੜੀ ਉਹ ਚੰਗੀ ਦਿੱਤੀ, ਮਤਲਬ ਕਿ ਚੰਗੀ ਦਿਆਂਗੇ। ਉਹ ਕਹਿੰਦੇ ਜੇ ਸਾਡਾ ਰਾਜ ਆ ਗਿਆ, ਕਹਿੰਦੇ ਦੁੱਖ ਤੁਸੀਂ ਸਾਨੂੰ ਐਮਐਲਏ ਬਣਾਇਆ ਤੇ ਅਸੀਂ ਦੋਵੇਂ ਭਰਾਵਾਂ ਨੇ ਦੇਖੋ ਕੋਈ ਵੀ ਅਫਸਰ ਜਿਹੜਾ ਆ ਉਹ ਹੁਣ ਭ੍ਰਿਸ਼ਟਾਚਾਰ ਲੋਕ ਇਨਸਾਫ ਪਾਰਟੀ ਦਾ ਨਾਮ ਸੁਣ ਕੇ ਨਹੀਂ ਕਰਦਾ। ਇਸ ਤਰ੍ਹਾਂ ਦੀਆਂ ਗੱਲਾਂ, ਤਾਂ ਇਹਨਾਂ ਹਮਖਿਆਲੀਆਂ ਨੂੰ ਇਕੱਠੇ ਚੱਲਣ ਦੇ ਵਿੱਚ ਹਰਜ਼ ਕੀ ਆ, ਕਾਰਨ ਕੀ ਹੈ, ਉੱਥੇ ਕਿਹੜੀ ਗੱਲ ਦੀ ਰੋਕ ਲੱਗ ਜਾਂਦੀ ਹੈ? ਸੁਖਵਿੰਦਰ ਜੀ ਦੇਖੋ, ਇਹ ਤਾਂ ਇਹੀ ਦੱਸ ਸਕਦੇ ਨੇ, ਬੈਂਸ ਸਾਹਿਬ ਦੱਸ ਸਕਦੇ ਨੇ ਜਾਂ ਸਿੱਧੂ ਸਾਹਿਬ ਦੱਸ ਸਕਦੇ ਨੇ ਕਿ ਅਸੀਂ ਕਿਉਂ ਨਹੀਂ ਜਾਣਾ ਚਾਹੁੰਦੇ। ਪਰ ਜਿਹੜੀ ਗੱਲ ਬੁਨਿਆਦੀ ਸਮਝਣ ਵਾਲੀ ਆ ਉਹ ਇਹ ਹੈ ਕਿ ਇੱਕ ਪਾਸੇ ਕਹਿ ਰਹੇ ਨੇ ਲੀਡਰ ਕਿ ਅਸੀਂ ਹਜੇ ਦੇਾਂਗੇ, ਅਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਅਸੀਂ ਇਹ ਕਰਾਂਗੇ, ਇਹ ਮਾਡਲ ਲਾਗੂ ਕਰਾਂਗੇ। ਇੱਕ ਪਾਸੇ ਉਹ ਕੇਜਰੀਵਾਲ ਕੀ ਕਹਿ ਰਹੇ ਨੇ ਕਿ ਅਸੀਂ ਕੀਤਾ ਹੋਇਆ, ਤੁਸੀਂ ਸਾਡਾ ਦੇਖੋ, ਤੁਸੀਂ ਆ ਕੇ ਜਦੋਂ ਵੀ ਦਿੱਲੀ ਆਵੋ ਤਾਂ ਉਹ ਤੁਸੀਂ ਮਾਡਲ, ਐਜੂਕੇਸ਼ਨ ਦਾ ਮਾਡਲ ਦੇਖੋ, ਹੈਲਥ ਦਾ ਮਾਡਲ ਦੇਖੋ, ਗਵਰਨੈਂਸ ਦਾ ਮਾਡਲ ਦੇਖੋ, ਬਿਜਲੀ ਦਾ। ਉਹਨਾਂ ਨੇ ਬਾਰ-ਬਾਰ ਆਪਣੇ ਬਿੱਲ ਲੈ ਕੇ ਆਏ ਨੇ ਕਿ ਤੁਸੀਂ ਬਿੱਲ ਦੇਖ ਲਓ ਜੇ ਤੁਹਾਨੂੰ ਲੱਗਦਾ ਕੋਈ ਸ਼ੱਕ ਹੈ। ਯਾਨੀ ਕਿ ਇੱਕ ਪਾਸੇ ਮਾਡਲ ਤੁਹਾਨੂੰ ਦੇ ਰਹੀ ਪਾਰਟੀ ਹੈ, ਇੱਕ ਪਾਸੇ ਕਹਿੰਦੇ ਹਜੇ ਦੇਵਾਂਗੇ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਕਾਂਗਰਸ ਪਾਰਟੀ ਦੀ ਇੱਛਾ ਹੁੰਦੀ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਸੀਗਾ। ਜੇਕਰ ਉਹ ਨੀਤ ਸਾਫ਼ ਹੈ, ਜੇ ਆਪਾਂ ਇਹਨੂੰ ਸੋਚੀਏ ਕਿ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ ਅਸੀਂ ਸਿੱਧੂ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਹਾਂ, ਫਿਰ ਬਾਰ-ਬਾਰ ਉਹਨਾਂ ਨੂੰ ਇਹ ਕਿਉਂ ਕਹਿਣਾ ਪੈਂਦਾ ਕਿ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਐਲਾਨੋ? ਤੁਸੀਂ ਜਦੋਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਹਾਈ ਕਮਾਂਡ ਹੈ ਉਹ ਕਹਿ ਰਹੀ ਹੈ ਕਿ ਅਸੀਂ ਹਜੇ ਨਹੀਂ ਐਲਾਨਾਂਗੇ, ਅਸੀਂ ਤਾਂ ਮੁੱਖ ਮੰਤਰੀ ਦਾ ਚਿਹਰਾ ਬਾਅਦ ਦੇ ਵਿੱਚ ਐਲਾਨਾਂਗੇ, ਬਾਅਦ ਦੇ ਵਿੱਚ ਫੈਸਲਾ ਹੋਏਗਾ। ਸੋ ਕਹਿਣ ਦਾ ਮਤਲਬ ਹੈ ਕਿ ਜੇ ਨੀਤ ਔਰ ਨੀਤੀ ਸਾਫ਼ ਹੋਵੇ ਤਾਂ ਹਾਈ ਕਮਾਂਡ ਨੇ ਕੈਪਟਨ ਸਾਹਿਬ ਤੋਂ ਕਿਉਂ ਨਹੀਂ ਕੰਮ ਕਰਾਏ? ਕਿਉਂ ਉਹਨਾਂ ਨੂੰ ਕਿਹਾ ਗਿਆ 18 ਲੁਕਾਤੀ ਪ੍ਰੋਗਰਾਮ ਤੁਹਾਨੂੰ ਯਾਦ ਹੋਏਗਾ ਦਿੱਤਾ ਸੀਗਾ, ਉਹਨਾਂ ਤੋਂ ਉਹ ਵੀ ਲਾਗੂ ਨਹੀਂ ਕਰਵਾਇਆ ਗਿਆ? ਸੋ ਕਹਿਣ ਦਾ ਮਤਲਬ ਹੈ ਇੱਕ ਪਾਸੇ ਉਸ ਤਰ੍ਹਾਂ ਦੀ ਪਾਰਟੀ ਹੈ ਜਿਹਨੂੰ ਪੰਜਾਬ ਦੇ ਲੋਕ ਦੇਖ ਚੁੱਕੇ ਨੇ, ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨੂੰ ਦੇਖ ਚੁੱਕੇ ਨੇ, ਉਹਨਾਂ ਦੇ ਲਾਰਿਆਂ ਨੂੰ ਦੇਖ ਚੁੱਕੇ ਨੇ। ਪਰ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਕਰਕੇ ਦਿਖਾ ਚੁੱਕੀ ਹੈ ਔਰ ਕਰ ਰਹੀ ਹੈ। ਸੋ ਇਹਦਾ ਮਤਲਬ ਇਹੀ ਹੈ ਕਿ ਲੋਕਾਂ ਨੂੰ ਇਹ ਫੈਸਲਾ ਕਰਨਾ ਪਏਗਾ ਕਿ ਇੱਕ ਜਿਹੜੀ ਫਿਊਚਰ ਵਾਲੀ ਪਾਰਟੀ ਹੈ, ਫਿਊਚਰ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ, ਇੱਕ ਜਿਹੜੀ ਪ੍ਰੈਜ਼ੈਂਟ ਦੇ ਵਿੱਚ ਜਿਹੜੀ ਹੁਣ ਅੱਜ ਦੇ ਸਮੇਂ 'ਚ ਜੀ ਰਹੀ ਹੈ ਔਰ ਅੱਜ ਦੇ ਸਮੇਂ 'ਚ ਕੁਝ ਕਰ ਰਹੀ ਹੈ, ਇੱਕ ਪਾਰਟੀ ਉਹ ਹੈ। ਦੋਨਾਂ ਨੂੰ ਉਹਨਾਂ ਦੇ ਜਿਹੜਾ ਹੈਗਾ ਤੁਲਨਾਤਮਕ ਜਿਹੜਾ ਹੈਗਾ ਅਧਿਐਨ ਉਹਨਾਂ ਨੂੰ ਕਰਨਾ ਪਏਗਾ ਔਰ ਦੋਨਾਂ ਦੀ ਤੁਲਨਾ ਦੇ ਵਿੱਚ ਕਿ ਜਿਹੜੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਹੈ ਉਹ ਹੀ ਮੈਨੂੰ ਲੱਗਦਾ ਹੈ ਕਿ ਉਹਨੂੰ ਚੁਣਨੀ ਚਾਹੀਦੀ ਹੈ। ਸੁਖਵਿੰਦਰ ਜੀ, ਤੁਹਾਡਾ ਕੀ ਮੰਨਣਾ ਹੈ ਕਿ ਕੀ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਅਸਰ ਪੰਜਾਬ ਦੇ ਵਿੱਚ, ਉਸ ਕਿਸਾਨੀ ਅੰਦੋਲਨ ਦਾ ਅਸਰ ਘਟ ਗਿਆ ਜਿਹੜਾ ਸੰਯੁਕਤ ਸਮਾਜ ਮੋਰਚੇ ਨੂੰ ਇਹਨਾਂ ਦੇ ਨਾਲ ਤੁਰਨਾ ਪੈ ਰਿਹਾ, ਕਿਸੇ ਨਾਲ ਵੀ ਗੱਠਜੋੜ ਦੇ ਲਈ ਉਹ ਮਤਲਬ ਕਿ ਗੱਲਾਂ ਬਾਤਾਂ ਅੰਦਰ ਖਾਤੇ ਚੱਲ ਰਹੀਆਂ ਨੇ? ਕੀ ਸੰਯੁਕਤ ਸਮਾਜ ਮੋਰਚਾ ਆਪਣੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸੱਤਾ ਨਹੀਂ ਸਥਾਪਿਤ ਕਰ ਸਕਦਾ? ਆਮ ਆਦਮੀ ਪਾਰਟੀ ਵੀ ਤਾਂ ਬਾਹਰੋਂ ਆ ਕੇ ਇਹਨਾਂ ਨੇ ਇੱਥੇ ਸੱਤਾ ਦੇ ਵਿੱਚ ਆਪਣੀ ਹਿੱਸੇਦਾਰੀ ਪਾਈ, 20 ਸੀਟਾਂ ਲਈਆਂ, ਭਾਵੇਂ ਕਿ ਇੱਧਰ ਉੱਧਰ ਹੋ ਗਏ। ਪਰ ਕੀ ਉਧਰੋਂ ਸ਼ੁਰੂਆਤ ਨਹੀਂ ਕਰ ਲੈਣੀ ਚਾਹੀਦੀ? ਇਹ ਵੀ ਇੱਕ ਰਿਸਕ ਲੈ ਲੈਣਾ ਚਾਹੀਦਾ, ਦੇਖ ਲੈਣਾ ਚਾਹੀਦਾ ਕਿ ਪੰਜਾਬ 'ਚ ਕਿੰਨੇ ਕੁ ਪਾਣੀ ਦੇ ਵਿੱਚ ਜਿਹੜੇ ਉਹ ਕਿਸਾਨਾਂ ਦੀ ਸਰਕਾਰ ਰਹਿ ਸਕਦੀ ਹੈ? ਜੀ ਸੁਖਵਿੰਦਰ ਜੀ, ਬਹੁਤ ਹੀ ਅੱਛਾ ਸਵਾਲ ਹੈ ਤੁਹਾਡਾ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇਕਰ ਇਹ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵਰਗਾ ਹੁੰਦਾ ਜਿਹਦੇ ਵਿੱਚ ਲਗਭਗ 400 ਤੋਂ ਉੱਪਰ ਜਥੇਬੰਦੀਆਂ ਸੀਗੀਆਂ, ਆਪਾਂ ਸਾਰੇ ਜਾਣਦੇ ਕਿ ਨੈਸ਼ਨਲ ਲੈਵਲ ਦਾ ਜਿਹੜਾ ਇਹ ਮੋਰਚਾ ਬਣਿਆ ਸੀਗਾ, ਉਸ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੀਆਂ 32 ਜਥੇਬੰਦੀਆਂ ਇਹਦੇ ਵਿੱਚ ਇਕੱਠੀਆਂ ਹੋਈਆਂ, ਹੌਲੀ ਹੌਲੀ ਉਹ ਮੋਰਚਾ ਅੱਗੇ ਵੱਧਦਾ ਗਿਆ, ਹਰਿਆਣਾ, ਯੂਪੀ, ਉੱਤਰਾਖੰਡ, ਪੂਰੇ ਭਾਰਤ ਦੇ ਵਿੱਚ ਫੈਲਿਆ ਔਰ 400 ਤੋਂ ਉੱਪਰ ਜਥੇਬੰਦੀਆਂ ਇਹਦੇ ਵਿੱਚ ਇਕੱਠੀਆਂ ਹੋਈਆਂ, ਚਾਹੇ ਛੋਟੀਆਂ ਸੀ ਚਾਹੇ ਵੱਡੀਆਂ ਸੀਗੀਆਂ। ਹੁਣ ਸਵਾਲ ਪੈਦਾ ਹੁੰਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕਿਉਂ ਨਹੀਂ, ਜਾਂ ਇਹ ਕਿਤੇ ਨਾ ਕਿਤੇ ਖਿੰਡਦਾ ਨਜ਼ਰ ਤਾਂ ਨਹੀਂ ਆ ਰਿਹਾ? ਇਹਦਾ ਮਤਲਬ ਇਹ ਹੈ ਕਿ ਜੇਕਰ ਇਹੀ ਕਿਸਾਨ ਜਥੇਬੰਦੀਆਂ ਸਾਂਝਾ ਕੋਈ ਫੈਸਲਾ ਕਰਦੀਆਂ, ਜੇਕਰ ਜਿਵੇਂ ਪਹਿਲਾਂ ਫੈਸਲੇ ਕਰਦੇ ਰਹੀਆਂ ਨੇ, ਜੋ ਵੀ ਫੈਸਲਾ ਇੱਕ ਹੁੰਦਾ ਸੀਗਾ ਔਰ ਉਹਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਹੁੰਦੀਆਂ ਸੀਗੀਆਂ, ਜਿਹੜੇ ਉਸ ਫੈਸਲੇ ਨੂੰ ਨਹੀਂ ਵੀ ਸੀ ਮੰਨਣਾ ਚਾਹੁੰਦੀਆਂ, ਫਿਰ ਵੀ ਉਹ ਬਾਹਰ ਆ ਕੇ ਮੰਨਦੀਆਂ ਸੀਗੀਆਂ। ਪਰ ਇੱਥੇ ਕੀ ਹੋਇਆ? ਇੱਥੇ ਇੱਕ ਪਹਿਲਾਂ ਚੜੂਨੀ ਸਾਹਿਬ ਨੇ ਇੱਕ ਵੱਖਰਾ ਫੈਸਲਾ ਕੀਤਾ। ਪਹਿਲਾਂ ਚੜੂਨੀ ਸਾਹਿਬ ਨੂੰ ਇਸ ਕਰਕੇ ਬਾਹਰ ਕੱਢਿਆ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੇ ਮੁਤਾਬਕ ਨਹੀਂ ਚੱਲ ਰਹੇ। ਉਸ ਤੋਂ ਬਾਅਦ ਜਦੋਂ ਮੋਰਚਾ ਖਤਮ ਹੋਇਆ, ਯਾਨੀ ਕਿ 3 ਕਾਲੇ ਕਾਨੂੰਨ ਵਾਪਸ ਹੋਏ, ਤਾਂ ਲਾਜ਼ਮੀ ਤੌਰ ਤੇ ਫਿਰ ਵੀ ਲੋੜ ਸੀਗੀ ਕਿਸਾਨ ਮੋਰਚੇ ਦੀ। ਪਰ ਮੋਰਚਾ ਕੀ ਹੋ ਗਿਆ ਕਿ ਕਈਆਂ ਨੇ ਸੋਚਿਆ ਕਿ ਸਾਨੂੰ ਪਾਰਲੀਮੈਂਟਰੀ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਆਉਣਾ ਚਾਹੀਦਾ ਹੈ। ਕਈ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਸਿਸਟਮ ਨੂੰ ਨਹੀਂ ਸੀ ਮੰਨਦੀਆਂ,
ਉਹ ਇੱਕ ਦਬਾਅ ਪ੍ਰੈਸ਼ਰ ਜਿਹੜਾ ਹੈਗਾ ਸੀਗਾ, ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਨਾ ਚਾਹੁੰਦੀਆਂ ਨੇ। ਯਾਨੀ ਕਿ ਜੇਕਰ ਤੁਸੀਂ ਇੱਕੋ ਹੀ ਫੈਸਲਾ ਕਰਦੇ, ਚਾਹੇ ਚੋਣ ਲੜਨੀ ਸੀ ਚਾਹੇ ਨਹੀਂ ਸੀ ਲੜਨੀ, ਫਿਰ ਤਾਂ ਉਸੇ ਤਰ੍ਹਾਂ ਇਸ ਮੋਰਚੇ ਦਾ ਪ੍ਰਭਾਵ ਬਣਿਆ ਰਹਿਣਾ ਸੀਗਾ। ਪਰ ਜਦੋਂ ਤੁਸੀਂ ਹੁਣ ਵੱਖਰੇ ਹੋ ਗਏ, ਵੱਖਰੀ ਤੁਸੀਂ ਉਹਨਾਂ ਨਾਲੋਂ ਫੈਸਲਾ ਕਰ ਲਿਆ ਕਿ ਇੱਕ ਕਹਿੰਦਾ ਹੈ ਕਿ ਇੱਕ ਜਥੇਬੰਦੀ ਜਾਂ ਕਈ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਚੋਣਾਂ ਲੜਾਂਗੇ, ਕੋਈ ਕਹਿੰਦਾ ਕਿ ਨਹੀਂ ਲੜਾਂਗੇ। ਜਦੋਂ ਇਦਾਂ ਦੀਆਂ ਅਲੱਗ-ਅਲੱਗ ਰਾਵਾਂ ਪੈਦਾ ਹੋ ਗਈਆਂ ਤਾਂ ਲਾਜ਼ਮੀ ਤੌਰ ਤੇ ਇਸ ਮੋਰਚੇ ਦਾ ਜਿਹੜਾ, ਜਿਵੇਂ ਤੁਸੀਂ ਕਹਿ ਰਹੇ ਹੋ, ਅਸਰ ਜਿਹੜਾ ਪੰਜਾਬ ਦੇ ਲੋਕਾਂ ਤੇ ਸੀਗਾ ਉਹ ਘਟਣਾ ਸ਼ੁਰੂ ਹੋ ਗਿਆ। ਸੋ ਇਸ ਕਰਕੇ ਇਹ ਜੇ ਫੈਸਲਾ ਹੋ ਗਿਆ ਹੁਣ, ਤਾਂ ਲਾਜ਼ਮੀ ਤੌਰ ਤੇ ਹੁਣ ਇਹ ਇਕੱਲਿਆਂ ਨਹੀਂ ਲੜਿਆ ਜਾ ਸਕਦਾ। ਇਹਨਾਂ ਨੂੰ ਪੋਲੀਟੀਕਲ ਪਾਰਟੀ ਦੀ, ਕਿਉਂਕਿ ਇਹਦੇ ਲਈ ਬਹੁਤ ਵੱਡੀ ਜਿਹੜੀ ਲੋੜ ਹੁੰਦੀ ਹੈ ਉਹ ਸੰਗਠਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੇ ਕੋਲੇ ਸੰਗਠਨ ਨਹੀਂ ਹੈ ਪੰਜਾਬ ਲੈਵਲ ਦੇ ਉੱਤੇ, ਫਿਰ ਤੁਸੀਂ ਵਧੀਆ ਤਰੀਕੇ ਨਾਲ ਨਹੀਂ ਜਿੱਤ ਸਕਦੇ। ਜੇਕਰ ਤੁਸੀਂ ਸੱਚੀ ਮੁੱਚੀ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਤਰ੍ਹਾਂ ਦੀ ਪਾਰਟੀ ਨੂੰ, ਪੋਲੀਟੀਕਲ ਪਾਰਟੀ ਨੂੰ, ਜਿਹੜੀ ਆਲਰੇਡੀ ਜਿਹਦੇ ਕੋਲੇ ਸੰਗਠਨ ਹੈ, ਜਿਹਦੇ ਕੋਲੇ ਕੋਈ ਚੰਗੀ ਵਿਚਾਰਧਾਰਾ ਹੈ, ਤਾਂ ਉਹਦੇ ਨਾਲ ਤੁਹਾਨੂੰ ਗੰਢ ਤੁੱਪ ਕਰਨੀ ਪਏਗੀ, ਗੱਠਜੋੜ ਕਰਨਾ ਪਏਗਾ। ਫਿਰ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ। ਜੇ ਤੁਸੀਂ ਕਹੋਗੇ ਕਿ ਇਕੱਲੇ ਲੜ ਕੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਹੁਣ 26 ਜਥੇਬੰਦੀਆਂ ਇਹਦੇ ਵਿੱਚ ਜੁੜੀਆਂ ਨੇ ਜਾਂ 22 ਜਥੇਬੰਦੀਆਂ ਜੁੜੀਆਂ ਨੇ, ਤਾਂ ਉਹਨਾਂ ਦੀਆਂ ਥੋੜੀਆਂ ਪਾਕਟਸ ਨੇ, ਉਹਨਾਂ ਪਾਕਟਸ ਦੇ ਵਿੱਚ ਉਹਨਾਂ ਦੀ ਵੋਟ ਬੈਂਕ ਹੈ। ਸੋ ਉਸੇ ਆਪਣੀ ਤੁਸੀਂ ਦੇਖੋਗੇ ਕਿ ਇਹਦੇ ਨਾਲ ਜਿਹੜੀ ਉਹਨਾਂ ਦੀਆਂ ਪਾਕਟਸ ਦੇ ਹਿਸਾਬ ਨਾਲ ਉਹਨਾਂ ਨੂੰ ਵੋਟਾਂ ਮਿਲਣੀਆਂ ਨੇ। ਇਹ ਤਾਂ ਹੈ ਨਹੀਂ ਕਿ ਸਾਰੀਆਂ ਵੋਟਾਂ ਜਿਹੜੀਆਂ ਪੋਲੀਟੀਕਲ, ਜਦੋਂ ਅਸੀਂ ਸਿਨੈਰੀਓ ਦੇ ਵਿੱਚ ਆਉਨੇ ਆ ਤਾਂ ਉਹਦੇ ਲਈ ਤੁਹਾਨੂੰ ਵੱਖਰੀ ਤਰ੍ਹਾਂ ਦੀ ਪਾਲਿਸੀ ਦੀ ਲੋੜ ਹੁੰਦੀ ਹੈ, ਵੱਖਰੀ ਤਰ੍ਹਾਂ ਦੀ ਸਟ੍ਰੈਟਜੀ ਦੀ ਲੋੜ ਪੈਂਦੀ ਹੈ। ਸੋ ਉਹ ਸਟ੍ਰੈਟਜੀ ਜਿੰਨੀ ਦੇਰ ਤੁਹਾਡੇ ਕੋਲ ਨਹੀਂ ਆਉਂਦੀ, ਜਿੰਨੀ ਦੇਰ ਉਹ ਤਾਕਤ ਤੁਹਾਡੇ ਕੋਲ ਨਹੀਂ ਆਉਂਦੀ, ਉਨੀ ਦੇਰ ਤੁਸੀਂ ਚੋਣਾਂ ਜਿੱਤ ਨਹੀਂ ਸਕਦੇ। ਹਾਂ, ਖੜ ਸਕਦੇ ਹੋ ਤੁਸੀਂ, ਪਰ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋ ਸਕਦੀਆਂ ਨੇ। ਸੋ ਇਸ ਕਰਕੇ ਜਿੱਤਣ ਦੇ ਲਈ, ਜੇਕਰ ਅਸੀਂ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਆ, ਤਾਂ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਪਾਰਟੀ ਜਾਂ ਇਸ ਮੋਰਚੇ ਨੂੰ ਇਦਾਂ ਦੀ ਪਾਰਟੀ ਨਾਲ ਰਲਣਾ ਪਏਗਾ ਜਿਹੜੀ ਉਹਨਾਂ ਦੀ ਸੋਚ ਦੇ ਨੇੜੇ ਤੇੜੇ ਹੈ। ਸੋ ਇਸ ਕਰਕੇ ਰਾਜੇਵਾਲ ਸਾਹਿਬ ਜਿਹੜਾ ਇਸ਼ਾਰਾ ਕਰ ਰਹੇ ਨੇ ਉਹ ਇੱਕ ਵਧੀਆ ਇਸ਼ਾਰਾ ਹੈ, ਔਰ ਉਹ ਕਹਿ ਰਹੇ ਨੇ ਕਿ ਹਜੇ ਕੋਈ ਤੰਦ ਸਾਡੀ ਨਹੀਂ ਟੁੱਟੀ, ਹਜੇ ਵੀ ਸੰਭਾਵਨਾਵਾਂ ਨੇ ਕਿ ਕਿਤੇ ਨਾ ਕਿਤੇ ਅਸੀਂ ਸਮਝੌਤਾ ਕਰ ਲਈਏ। ਹਾਲਾਂਕਿ ਉਹ ਕਹਿ ਰਹੇ ਨੇ ਕਿ ਜਿਹੜਾ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਬਹੁਤੇ, ਪਰ ਫਿਰ ਵੀ ਜਿਹੜੇ ਨੇ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਆਪਣੇ ਉਮੀਦਵਾਰ ਪਿੱਛੇ ਹਟਾ ਲਾਂਗੇ। ਸੋ ਇਸ ਕਰਕੇ ਜੇਕਰ ਉਹਨਾਂ ਦੀ ਕੋਈ ਗੱਲ ਬਣਦੀ ਹੈ ਤਾਂ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਹੋਏਗਾ, ਔਰ ਰਾਜੇਵਾਲ ਸਾਹਿਬ ਜਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਪਾਰਟੀ ਹੈ ਉਹਦਾ ਵੀ ਫਾਇਦਾ ਜਿਹੜਾ ਹੈਗਾ ਹੋ ਸਕਦਾ ਹੈ। ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ ਬਿਲਕੁਲ, ਫਾਇਦਾ ਚਲੋ ਇਹ ਤਾਂ ਪਾਰਟੀਆਂ ਨੇ ਤਾਂ ਆਪੋ ਆਪਣਾ ਫਾਇਦਾ ਸੋਚਣਾ। ਮੈਂ ਡਾਕਟਰ ਸਾਹਿਬ ਫਿਰ ਉਸੇ ਗੱਲ ਤੇ ਆਉਣਾ ਕਿ ਇਹਦੇ ਵਿੱਚ ਪੰਜਾਬ ਨੂੰ ਕੀ ਫਾਇਦਾ ਆ, ਕਿਉਂਕਿ ਲੋਕਾਂ ਨੇ ਤਾਂ ਹੁਣ ਕਹਿ ਦੇਣਾ ਕਿ ਇੱਕ ਪਾਸੇ ਗਲਵੱਕੜੀਆਂ ਤੇ ਦੂਜੇ ਪਾਸੇ ਗੱਦਾਰੀਆਂ। ਲੋਕਾਂ ਨੇ ਤਾਂ ਬੜੇ ਸਾਰੇ ਟੈਗ ਦੇ ਦੇਣੇ ਕਿ ਜੀ ਧੋਖਾ ਕਰ ਦਿੱਤਾ, ਆਹ ਕਰ ਦਿੱਤਾ। ਪਰ ਗੱਲ ਇਹ ਹੈ ਕਿ ਪੰਜਾਬ ਨੂੰ ਕੀ ਫਾਇਦਾ ਆ? ਇਹਨਾਂ ਨੇ ਰਾਜ ਕਰ ਲੈਣਾ, ਸੀਟਾਂ ਤੇ ਬਹਿ ਜਾਣਗੇ ਆ ਕੇ। 4.5 ਸਾਲ ਕੈਪਟਨ ਸਾਹਿਬ ਨੇ ਕੀਤੇ, ਉਹਨਾਂ ਨੂੰ ਪਾਸੇ ਕਰਤਾ। 10 ਸਾਲ ਅਕਾਲੀ ਰਾਜ ਕਰ ਗਏ, ਤੇ ਹੁਣ ਇਹ ਜੇ ਆ ਜਾਣਗੇ ਤਾਂ ਪੰਜਾਬ ਨੂੰ ਕੀ ਫਾਇਦਾ ਇਹਦੇ ਨਾਲ? ਸੁਖਵਿੰਦਰ ਜੀ, ਦਿੱਲੀ ਵਾਲੇ ਵੀ, ਜਦੋਂ ਦਿੱਲੀ ਦੇ ਲੋਕ ਜਦੋਂ ਸ਼ੁਰੂ ਦੇ ਵਿੱਚ ਕੇਜਰੀਵਾਲ ਬਣੇ ਸੀਗੇ ਮੁੱਖ ਮੰਤਰੀ, ਉਦੋਂ ਇਹੀ ਕਹਿੰਦੇ ਸੀਗੇ ਕਿ ਦੇਖੋ ਜੀ, ਉਹਨਾਂ ਨੇ ਵੀ ਅਕਾਲੀਆਂ ਨੇ ਉਸ ਵੇਲੇ ਤਾਂ ਉੱਥੇ ਤਾਂ ਬੀਜੇਪੀ ਸੀਗੀ ਜਾਂ ਕਾਂਗਰਸ ਸੀਗੀ, ਲਗਾਤਾਰ ਉਹ ਆਪਣਾ ਰਾਜ ਕਰਦੇ ਆ ਰਹੇ ਸੀਗੇ। ਉਦੋਂ ਵੀ ਇਹੀ ਕਹਿੰਦੇ ਸੀਗੇ ਵੀ ਹੁਣ ਇਹ ਨਵੇਂ ਆ ਗਏ, ਨਵਿਆਂ ਨੇ ਰਾਜ ਕਰਕੇ ਚਲੇ ਜਾਣਾ ਹੈ। ਪਰ ਹੋਇਆ ਕੀ, ਆਪਾਂ ਸਾਰੇ ਦੇਖਦੇ ਹਾਂ ਕਿ 3 ਵਾਰੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣੇ ਦਿੱਲੀ ਦੇ। ਕਿਉਂ ਬਣੇ? ਔਰ ਕੋਈ ਵੀ ਮੈਨੂੰ ਤੁਸੀਂ ਨੇਤਾ ਇਦਾਂ ਦਾ ਦਿਖਾ ਦਿਓ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜਾ ਇਹ ਕਹਿੰਦਾ ਹੋਵੇ ਕਿ ਜੇਕਰ ਮੈਨੂੰ ਤੁਹਾਡੇ ਕੰਮ ਚੰਗੇ, ਜੇਕਰ ਮੇਰੇ ਤੁਹਾਨੂੰ ਕੰਮ ਚੰਗੇ ਲੱਗਣ ਤਾਂ ਮੈਨੂੰ ਵੋਟ ਪਾ ਦਿਓ, ਜੇਕਰ ਮੇਰੇ ਕੰਮ ਤੁਹਾਨੂੰ ਚੰਗੇ ਨਹੀਂ ਲੱਗਦੇ ਮੈਨੂੰ ਵੋਟ ਨਾ ਪਾਇਓ। ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਕਿੰਨਾ ਕੰਮ ਕੀਤਾ ਹੋਏਗਾ, ਕਿੰਨੀ ਦਿੱਲੀ ਬਦਲੀ ਹੋਏਗੀ, ਕਿੰਨਾ ਉੱਥੇ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਹੋਏਗਾ। ਸੋ ਮੈਂ ਇਹ ਕਹਿਣਾ ਚਾਹੁੰਦਾ, ਇਹਦਾ ਐਗਜ਼ਾਮਪਲ ਦਾ ਮਤਲਬ ਇਹੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਾਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਸਰਕਾਰ ਬਣਦੀ ਹੈ ਤਾਂ ਉਹਦੇ ਨਾਲ ਫਾਇਦਾ ਤਾਂ ਆਮ ਲੋਕਾਂ ਨੂੰ ਹੋਏਗਾ, ਕਿਸਾਨਾਂ ਨੂੰ ਹੋਏਗਾ, ਨੌਜਵਾਨਾਂ ਨੂੰ ਹੋਏਗਾ। ਜਿਹੜਾ ਨੌਜਵਾਨ ਸਾਡਾ ਅੱਜ ਰੁਜ਼ਗਾਰ ਦੇ ਕਰਕੇ ਬਾਹਰ ਭੱਜਿਆ ਜਾ ਰਿਹਾ ਹੈ, ਉਹ ਜੇ ਉਹਨੂੰ ਜੇ ਇੱਥੇ ਰੁਜ਼ਗਾਰ ਮਿਲਦਾ ਹੈ, ਉਹਨੂੰ ਸਿਹਤ ਸਹੂਲਤਾਂ ਮਿਲਦੀਆਂ ਨੇ, ਉਹਨਾਂ ਨੂੰ ਹੈਲਥ ਔਰ ਐਜੂਕੇਸ਼ਨ ਫ੍ਰੀ ਮਿਲਦੀ ਹੈ, ਤਾਂ ਲਾਜ਼ਮੀ ਤੌਰ ਤੇ ਉਹਨੂੰ ਇੱਥੇ ਰਹਿ ਕੇ ਫਾਇਦਾ ਹੈ। ਔਰ ਜੇਕਰ ਪੰਜਾਬੀਆਂ ਦਾ ਫਾਇਦਾ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਪੰਜਾਬ ਤਰੱਕੀ ਕਰੇਗਾ, ਪੰਜਾਬ ਖੁਸ਼ਹਾਲ ਹੋਏਗਾ। ਔਰ ਪੰਜਾਬ, ਜਿਵੇਂ ਪਹਿਲਾਂ ਕਿਹਾ ਜਾਂਦਾ ਕਿ 1 ਨੰਬਰ ਦਾ ਸੂਬਾ ਹੁੰਦਾ ਸੀਗਾ 70ਵੇਂ ਦੇ ਦਹਾਕੇ ਦੇ ਵਿੱਚ, ਤਾਂ ਉਹ 1 ਨੰਬਰ ਦਾ ਸੂਬਾ ਵੀ ਅੱਜ ਵੀ ਬਣ ਸਕਦਾ ਹੈ
ਜੇਕਰ ਸਾਡੀਆਂ ਸਰਕਾਰਾਂ ਸਹੀ ਹੋਣ, ਜੇਕਰ ਸਾਡੇ ਲੀਡਰ ਸਹੀ ਹੋ ਜਾਣਗੇ, ਜੇਕਰ ਕਿਸਾਨਾਂ ਚੋਂ ਚੰਗੇ ਲੀਡਰ ਆਉਣਗੇ ਔਰ ਗਵਰਨੈਂਸ ਅਸੀਂ ਦਿੱਲੀ ਵਰਗੀ ਦੇ ਦਾਂਗੇ ਤਾਂ ਲਾਜ਼ਮੀ ਤੌਰ ਤੇ ਅਸੀਂ 1 ਨੰਬਰ ਵੱਲ ਵੱਧ ਸਕਦੇ ਹਾਂ ਔਰ ਪੰਜਾਬ ਜਿਹੜਾ ਹੈਗਾ ਅੱਜ ਕੰਗਾਲ ਹੋਇਆ ਸੂਬਾ ਖੁਸ਼ਹਾਲ ਸੂਬਾ ਜਿਹੜਾ ਹੈਗਾ ਬਣ ਸਕਦਾ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਸੁਖਵਿੰਦਰ ਜੀ। ਜੀ ਬਿਲਕੁਲ। ਮੇਰਾ ਆਖਰੀ ਸਵਾਲ ਇਹ ਹੈ ਕਿ ਗੁਜਰਾਤ ਵਾਲਾ ਮਾਡਲ ਦਿਖਾ ਕੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਬਣ ਗਏ। ਦਿੱਲੀ ਵਾਲਾ ਮਾਡਲ ਜਿਹੜਾ ਉਹ ਅਰਵਿੰਦ ਕੇਜਰੀਵਾਲ ਹੁਣੀ ਪੰਜਾਬ ਦੇ ਵਿੱਚ ਜਦੋਂ ਲੈ ਕੇ ਆਏ ਸੀ ਪਹਿਲਾਂ, ਉਦੋਂ ਵੀ ਬੜੀਆਂ ਚਰਚਾਵਾਂ ਰਹੀਆਂ ਕਿ ਹੁਣ ਕੀ ਬਣੇਗਾ। ਠੀਕ ਹੈ, ਇਹਨਾਂ ਨੂੰ ਸੀਟਾਂ ਦਿੱਤੀਆਂ, ਪਰ ਨਵਜੋਤ ਸਿੱਧੂ ਨਾਲ ਸੰਯੁਕਤ ਸਮਾਜ ਮੋਰਚਾ ਜਾਂ ਕਿਸਾਨ ਕਿਉਂ ਨਹੀਂ ਚੱਲ ਸਕਦੇ? ਉਹ ਵੀ ਤਾਂ ਪੰਜਾਬ ਪੱਖੀ ਗੱਲ ਕਰਦੇ ਨੇ, ਉਹ ਵੀ ਇਮਾਨਦਾਰ ਨੇ, ਉਹ ਵੀ ਇੱਕ ਚਿਹਰਾ ਨੇ ਪੰਜਾਬ ਦੇ ਵਿੱਚ ਬਣੇ ਹੋਏ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਵੀ ਇਮਾਨਦਾਰ ਹਾਂ। ਸਾਰਾ ਕੁਝ ਥੋੜਾ ਬਹੁਤਾ ਰਲਦਾ ਆ, ਕਿਉਂ ਨਹੀਂ ਉਸ ਪਾਸੇ ਵੱਲ ਨੂੰ ਤੁਰਿਆ ਜਾਂਦਾ? ਕਿਉਂ ਸਿਰਫ ਕੇਜਰੀਵਾਲ ਹੀ ਪਹਿਲੀ ਪਸੰਦ ਬਣੇ ਹੋਏ ਨੇ? ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮਸਲਾ ਹੈ, ਉਹਨਾਂ ਦਾ ਮਾਡਲ ਬਹੁਤ ਵਧੀਆ ਹੈ। ਬਹੁਤ ਉਹ ਪੰਜਾਬ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੇ ਰਿਸਰਚ ਕਰਕੇ ਇੱਕ ਮਾਡਲ ਤਿਆਰ ਕੀਤਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਬਾਰ-ਬਾਰ ਉਹ ਇਸ ਗੱਲ ਦੀ ਗੱਲ ਕਰਦੇ ਆ ਕਿ ਮੇਰੇ ਕੋਲ ਇੱਕ ਚੰਗਾ ਮਾਡਲ ਹੈ, ਪਰ ਜਿਹੜੀ ਜਿਸ ਕਿਸਮ ਦੀ ਉਹਨਾਂ ਦੀ ਪਾਰਟੀ ਹੈ, ਉਹਨਾਂ ਦੀ ਪਾਰਟੀ ਦੇ ਉੱਤੇ ਜਿਵੇਂ ਹੁਣ ਆਪਾਂ ਪਿਛਲੇ ਦਿਨਾਂ ਦੀ ਉਹਨਾਂ ਦੀ ਬਿਆਨ ਦੇਖ ਲਓ। ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਚੋਰ ਠੱਗ ਬੰਦੇ ਸੀਗੇ ਸਾਡੀ ਪਾਰਟੀ ਦੇ, ਉਹਨਾਂ ਨੂੰ ਬੀਜੇਪੀ ਲੈ ਕੇ ਜਾ ਰਹੀ ਹੈ। ਯਾਨੀ ਕਿ ਉਹ ਇੱਕ ਐਸੀ ਪਾਰਟੀ ਦੇ ਵਿੱਚ ਘਿਰੇ ਹੋਏ ਨੇ ਜਿੱਥੇ ਚੋਰਾਂ ਦੀ ਪਾਰਟੀ, ਉਹ ਆਪ ਹੀ ਮੰਨ ਰਹੇ ਨੇ ਕਿ ਠੱਗਾਂ ਦੀ ਪਾਰਟੀ ਹੈ, ਮਾਫੀਏ ਦੀ ਪਾਰਟੀ ਹੈ। ਤੁਸੀਂ ਜਦੋਂ ਉਸ ਪਾਰਟੀ ਦੇ ਵਿੱਚ ਆਉਂਦੇ ਹੋ ਤਾਂ ਨੈਚੁਰਲੀ ਇੱਕ ਬੰਦਾ ਤਾਂ ਦੇਖੋ ਮਾਡਲ ਤੁਹਾਨੂੰ ਦੇ ਸਕਦਾ ਹੈ। ਜੇਕਰ ਤੁਸੀਂ ਤੁਹਾਡੀ ਉੱਪਰਲੀ ਜਿਹੜੀ ਲੀਡਰਸ਼ਿਪ ਹੈ ਉਸ ਮਾਡਲ ਨੂੰ ਲਾਗੂ ਕਰਨ ਦੇਵੇਗੀ ਜਾਂ ਨਹੀਂ ਦੇਵੇਗੀ, ਜਾਂ ਉੱਥੇ ਕੋਈ ਦਿੱਕਤ ਆਏਗੀ ਤੁਹਾਨੂੰ, ਜੇਕਰ ਦਿੱਕਤ ਆਉਂਦੀ ਹੈ ਤਾਂ ਉਹਦੇ ਲਈ ਤੁਹਾਡਾ ਕੀ ਫੈਸਲਾ ਹੋਏਗਾ? ਤਾਂ ਇਹ ਵੱਡੇ ਸਵਾਲ ਇਸ ਵੇਲੇ ਨਵਜੋਤ ਸਿੰਘ ਸਿੱਧੂ ਜੀ ਤੇ ਹੈਗੇ ਨੇ। ਇਹੀ ਕਾਰਨ ਹੈ ਕਿ ਬਾਰ-ਬਾਰ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਉਹਨਾਂ ਨੂੰ ਅਸਤੀਫੇ ਤੱਕ ਦੇਣੇ ਪਏ, ਪਹਿਲਾਂ ਵੀ ਦੇਣੇ ਪਏ, ਆਪਣੀ ਮੰਤਰੀਸ਼ਿਪ ਤੋਂ ਅਸਤੀਫੇ ਤੱਕ ਦੇਣੇ ਪਏ, ਪ੍ਰਧਾਨਗੀ ਤੱਕ ਤੋਂ ਅਸਤੀਫੇ ਤੱਕ ਦੇਣੇ ਪਏ। ਯਾਨੀ ਕਿ ਜੇਕਰ ਉਹ ਸੱਤਾ 'ਚ ਆਉਂਦੇ ਨੇ ਤਾਂ ਕੀ ਇਹ ਕਿੰਨੀਆਂ ਸੰਭਾਵਨਾਵਾਂ ਨੇ ਕਿ ਉਹ ਆਪਣਾ ਇਸ ਮਾਡਲ ਨੂੰ ਲਾਗੂ ਕਰ ਪਾਉਣਗੇ ਜਾਂ ਨਹੀਂ ਪਾਉਣਗੇ? ਇੱਕ ਵੱਡੇ ਸਵਾਲ ਜਿਹੜੇ ਨੇ ਉਹਨਾਂ ਦੀ ਪਾਰਟੀ ਦੇ ਉੱਤੇ, ਕਾਂਗਰਸ ਦੀ ਪਾਰਟੀ ਦੇ ਉੱਤੇ ਲੋਕ ਨਹੀਂ ਚੁੱਕ ਰਹੇ, ਉਹ ਖੁਦ ਆਪ ਚੁੱਕ ਰਹੇ ਨੇ। ਸੋ ਇਹਦਾ ਮਤਲਬ ਇਹੀ ਹੈ ਕਿ ਜਿੰਨੀ ਦੇਰ ਉਹ ਪਾਰਟੀ ਦੇ ਵਿੱਚੋਂ ਸਫਾਇਆ ਨਹੀਂ ਹੋਏਗਾ, ਉਨੀ ਦੇਰ ਕੋਈ ਨਾ ਕੋਈ ਜਿਹੜਾ ਸ਼ੰਕੇ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਰਹਿਣਗੇ। ਹਾਂ, ਉਹਨਾਂ ਦੀ ਨੀਤ ਸਾਫ਼ ਹੈ, ਨੀਤੀ ਠੀਕ ਹੈ, ਇਹ ਗੱਲ ਬਿਲਕੁਲ ਠੀਕ ਹੈ, ਪਰ ਉਹ ਜਿਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਉਸ ਪਾਰਟੀ ਦਾ ਜਿਹੜਾ ਸਾਰਾ ਢਾਂਚਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਹੈ। ਇਸ ਕਰਕੇ ਕਿਸਾਨਾਂ ਦਾ ਜਿਹੜਾ ਭਰੋਸਾ ਹੈ ਉਹ ਸਿੱਧੂ ਸਾਹਿਬ ਤੇ ਨਹੀਂ ਵੱਜ ਰਿਹਾ। ਸੁਖਵਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਯਕੀਨਨ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਪਣੀ ਪਾਰਟੀ ਦੇ ਨਾਲ ਹੀ ਨਾਰਾਜ਼ਗੀ ਹੈ, ਨਿਰਾਸ਼ਾ ਇਸ ਗੱਲ ਨੂੰ ਹੈ ਕਿ ਜੋ ਚਾਹੁੰਦੇ ਨੇ ਉਹ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ। ਆਪਣੇ ਮੁੱਖ ਮੰਤਰੀ ਤੇ ਵੀ ਸਵਾਲ ਚੁੱਕ ਦਿੰਦੇ ਨੇ, ਜੋ ਹੁਣ ਕਾਂਗਰਸ ਪਾਰਟੀ ਕਰ ਰਹੀ ਹੈ ਉਹਦੇ ਉੱਤੇ ਸਵਾਲ ਚੁੱਕ ਦਿੰਦੇ ਨੇ। ਇਸ ਕਰਕੇ ਲੋਕਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਨਿਰਾਸ਼ਾ ਹੈ ਕਿ ਇਹ ਕਰ ਕੀ ਰਹੇ ਨੇ। ਇਹਨਾਂ ਦੇ ਆਪਸੀ ਖਿਲਾਰੇ ਦੇ ਵਿੱਚ ਪੰਜਾਬ ਦਾ ਜਿਹੜਾ ਉਹ ਨੁਕਸਾਨ ਹੁੰਦਾ ਜਾ ਰਿਹਾ। ਅੱਗੇ ਬਹੁਤ ਕੁਝ ਦੇਖ ਲਿਆ ਪੰਜਾਬ ਨੇ, ਹੁਣ ਅੱਗੋਂ ਨਵੀਂ ਉਮੀਦ, ਨਵੇਂ ਪੰਜਾਬ ਦੀਆਂ ਚਰਚਾਵਾਂ ਚੱਲ ਰਹੀਆਂ। 2022 ਜਿਹੜਾ ਉਹ ਪੰਜਾਬ ਲਈ ਬੇहद ਅਹਿਮ ਰਹਿਣ ਵਾਲਾ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।